ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਦੀ ਨਖੀ ਸ੍ਰਿੰਗੀ ਸਰਪ ਸਤਰ ਅਗਨ ਨਿਰਭਨਾਰ। ਇਨਕਾ ਕਿਆ ਇਤਬਾਰ ਹੈ, ਰਹੀਏ ਆਪ ਸੰਭਾਰ। ਨਦੀ ਨਖੀ ਸ੍ਰਿੰਗੀ ਸਰਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 12ਵਾਂ ਅਧਿਆਇ ਅੱਜ ਆਪਾਂ ਪੜ੍ਹਨ ਲੱਗੇ ਹਾਂ। ਦੋਹਰਾ ਜਿਹੜਾ ਵਾ ਦੋਹਰੇ ਵਿੱਚ ਉਪਦੇਸ਼ ਕਰਦੇ ਆ ਵੀ ਕਿੰਨਾ ਦਾ ਇਤਬਾਰ ਨਹੀਂ ਕਰਨਾ ਚਾਹੀਦਾ। ਆਓ ਸਰਵਣ ਕਰੀਏ। ਨਦੀ ਨਖੀ ਸ੍ਰਿੰਗੀ ਸਰਪ। ਨਦੀ ਜੋ ਤੇਜ਼ ਪ੍ਰਵਾਹ ਵਾਲੀ ਆ, ਜਿਹਦੇ ਵਿੱਚ ਤੇਜ਼ ਜਲ ਚੱਲਦਾ ਜਾਂ ਛੋਟਾ ਦਰਿਆ। ਨਖੀ ਨੌਹਾਂ ਵਾਲਾ ਜਾਨਵਰ। ਨਖੀ ਭਾਵ ਨੌਹਾਂ ਵਾਲੇ ਜਾਨਵਰ। ਸ਼ੇਰ ਆ, ਚੀਤਾ ਆ, ਭਾਲੂ, ਬਾਂਦਰ, ਬਿੱਲੀ, ਹੋਰ ਬੜੇ ਨੌਹਾਂ ਵਾਲੇ ਜਾਨਵਰ ਆ। ਸਰਪ, ਸੱਪ, ਹਾਂਜੀ। ਫਿਰ ਸ੍ਰਿੰਗੀ ਸਿੰਗਾਂ ਵਾਲਾ ਪਸ਼ੂ। ਬੌਲਦ ਆਦਿਕ ਜਿਨ੍ਹਾਂ ਨੂੰ ਸਿੰਗ ਲੱਗੇ ਆ। ਬੌਲਦ, ਝੋਟਾ, ਸਾਂਡ। ਸਤਰ ਦੁਸ਼ਮਣ, ਵੈਰੀ। ਅਗਨ ਅੱਗ। ਨ੍ਰਿਪ ਕਹੀਏ ਰਾਜਾ ਤੇ ਨਾਰ ਕਹੀਏ ਇਸਤਰੀ। ਕਿੰਨੀਆਂ ਚੀਜ਼ਾਂ ਹੋ ਗਈਆਂ? 8। ਨਦੀ ਨਖੀ ਸ੍ਰਿੰਗੀ ਸਰਪ 4। ਸਤਰੂ ਅਗਨ ਨਿਰਭ ਨਾਰ 8। ਇਨਕਾ ਕਿਆ ਇਤਬਾਰ ਹੈ, ਕਿ ਕਦੋਂ ਇਹ ਆਪਣਾ ਵਾਰ ਕਰ ਦੇਣ। ਇਹਨਾਂ 8 ਦਾ ਕੀ ਯਕੀਨ ਹੈ? ਇਹਨਾਂ ਦਾ ਜਿਹੜੇ 8 ਆ ਨਾ, ਇਹਨਾਂ ਦਾ ਕੀ ਇਤਬਾਰ ਭਰੋਸਾ ਹੈ ਕਿ ਕਦੋਂ ਸਾਡਾ ਨੁਕਸਾਨ ਕਰ ਦੇਣ, ਕਦੋਂ ਵਾਰ ਕਰ ਦੇਣ। ਇਸ ਵਾਸਤੇ ਨਾ ਕਹਿੰਦੇ ਅਚਾਨਕ ਰਿਸ਼ੀ ਜੀ, ਰਹੀਏ ਆਪ ਸੰਭਾਰ। ਇਹਨਾਂ ਤੋਂ ਆਪ ਹੀ ਸੰਭਲ ਕੇ ਰਹਿਣਾ ਚਾਹੀਦਾ। ਸੰਭਾਰ ਕਹੀਏ, ਆਪ ਹੀ ਸੰਭਲ ਕੇ ਰਹੀਏ, ਰਹਿਣਾ ਕਰੀਏ। ਇਹਨਾਂ ਤੋਂ ਬਚ ਕੇ ਰਹੋ। ਸਹੀ ਗੱਲ ਆ। 8 ਦੀ ਜਿਹੜਾ ਦੱਸਿਆ, ਜਿੱਥੇ ਲਿਖਿਆ ਨਾ ਇਨਕਾ, ਇੱਥੇ ਪਾਠ ਅੰਤਰ ਭੇਦ ਆ कि इन की थां 8 का क्या एतबार है, क्योंकि 8 ही है ना। 8 का क्या एतबार है ਜਾਂ इनका क्या इतबार है। ਤੇ ਕਿਆ ਪਾਠ ਹੈਗਾ? ਕੱਕਾ ਪਾਉਣਾ ਜਾਈਏ, ਜਾਈਏ ਕਰਨਾ। ਕੱਕਾ ਜਾਈਏ ਕਰਨਾ ਪਾਠ ਨਹੀਂ ਹੈ। ਪੂਰਾ ਜਾਈਆ ਨਹੀਂ ਪਾਉਣਾ, ਪਾਉਣਾ ਜਾਈਆ ਪਾਉਣਾ। ਕਿਆ ਇਤਬਾਰ ਹੈ, ਸੌਖਾ ਹੀ ਹੈ। ਹਾਂਜੀ। ਦੂਸਰਾ ਦੋਹਰਾ ਨ੍ਰਿਪ ਬੇਸਿਆ। ਬੇਸਿਆ ਪਾਠ ਕਰਨਾ। ਨ੍ਰਿਪ ਬੇਸਿਆ ਜਾਚਕ ਅਗਨ। ਇਹ ਭਾਈ ਜਿਹੜਾ ਨ੍ਰਿਪ ਰਾਜਾ, ਜੋ ਬੇਸਿਆ ਵੇਸਵਾ, ਬੇਬਚਾਰ ਇਸਤਰੀ ਜਾਂ ਬੇਸਿਆਂ ਦੀ ਕੰਜਰੀ ਕਹਿ ਲਓ। ਜਾਚਕ ਮੰਗਤਾ। ਅਗਨ ਅੱਗ। ਬਾਲ ਮੁਕੱਦਮ ਕਾਲ। ਬਾਲ ਕਹੀਏ ਬੱਚਾ, ਹਾਂਜੀ। ਮੁਕੱਦਮ ਹੁੰਦਾ ਵਾ ਕਦਮ ਅੱਗੇ ਰੱਖਣ ਵਾਲਾ। ਮੁਕੱਦਮ ਅੱਗੇ ਕਦਮ ਰੱਖਣ ਵਾਲਾ। ਭਾਵ ਮੁਖੀਆ, ਚੌਧਰੀ, ਕਲੈਕਟਰ। ਅੱਜ ਕੱਲ੍ਹ ਸਮਝ ਲਓ ਸਿੱਧਾ ਜਿਹਾ ਵੀ ਮੁਖੀਆ। ਅਤੇ ਕਾਲ। ਕਾਲ ਕਹੀਏ ਮੌਤ। ਕਿੰਨੀਆਂ ਚੀਜ਼ਾਂ ਹੋ ਗਈਆਂ? 1 2 3 4 7 ਚੀਜ਼ਾਂ। ਨ੍ਰਿਪ ਬੇਸਿਆ ਜਾਚਕ ਅਗਨ ਬਾਲ ਮੁਕੱਦਮ ਕਾਲ। ਇਹ ਜਿਹੜੇ ਸੱਤੇ ਹੀ ਆ ਨਾ, ਇਹਦੇ ਬਾਰੇ ਦੱਸਣ ਲੱਗੇ ਆ। ਥੱਲੇ ਆ ਲਿਖਿਆ ਵੀ ਆ ਵੀ 7 ਆ। ਪਰ ਦੁੱਖ ਕੋ ਜਾਣਤ ਨਹੀਂ। ਕਹਿੰਦੇ ਇਹ ਪਰ ਕਹੀਏ ਪਰਾਏ ਦੇ
ਦੁੱਖ ਨੂੰ, ਕਸ਼ਟ ਨੂੰ, ਕੋਦਰਥ ਨੂੰ, ਪਰਾਏ ਦੇ ਦੁੱਖ ਕਸ਼ਟ ਨੂੰ ਜਾਣਤ ਨਹੀਂ ਜਾਣਦੇ ਹਨ। ਸਾਤੋਂ ਕਰਤ ਸੰਭਾਲ, ਸਗੋਂ ਇਹ ਜਿਹੜੇ ਆ ਨਾ, ਇਹ ਕਿਸੇ ਦੀ ਬੇਇੱਜ਼ਤੀ ਕਰ ਲੱਗਿਆ ਝਿਜਕਦੇ ਨਹੀਂ ਆ। ਸਗੋਂ ਹੀ ਆਮ ਮਨੁੱਖ ਦੀ ਜਿਹੜੀ ਹੈ ਉਹ ਸਾਤੋਂ ਕਰਤ ਜਵਾਲ, ਜਵਾਲ ਪਾਠ ਹੈ, ਗਲਤੀ ਨਾਲ ਸਵਾਲ ਪੜਿਆ ਗਿਆ। ਸਾਤੋਂ ਕਰਤ ਜਵਾਲ ਤੇ ਜਵਾਲ ਨਾਮ ਹੁੰਦਾ ਵਾ। ਇਹ ਜਵਾਲ ਸ਼ਬਦ ਜਿਹੜਾ ਅਰਬੀ ਦਾ ਵਾ ਤੇ ਇਹਦਾ ਹੁੰਦਾ ਨੁਕਸਾਨ ਅਰਥ ਜਾਂ ਘਟਾਓ। ਜਵਾਲ ਦਾ ਅਰਥ ਹਾਨੀ ਵੀ ਹੁੰਦਾ। ਹਾਂਜੀ, ਇਹ ਕਿਸੇ ਦੀ ਬੇਇੱਜ਼ਤੀ ਕਰ ਲੱਗਿਆ, ਹਾਨੀ ਕਰ ਲੱਗਿਆ ਕਦੀ ਝਿਜਕਦੇ ਨਹੀਂ ਆ। ਸੱਤੇ ਹੀ ਪਾਰ ਦੁੱਖ ਕੋ ਜਾਣਤ ਨਹੀਂ, ਇਹ ਤੇ ਪਰਾਏ ਦੇ ਦੁੱਖ ਨੂੰ ਜਾਣਦੇ ਨਹੀਂ ਆ। ਸਗੋਂ ਸੱਤੇ ਹੀ ਇਹ ਨਾ ਜਵਾਲ ਕਰਦੇ ਆ, ਹਾਨੀ ਕਰਦੇ ਆ। ਜਵਾਲ ਦਾ ਅਰਥ ਭਾਵ ਅਰਥ ਨਾਲ ਦੁਖੀ ਵੀ ਦੁਖੀ ਕਰਦੇ। ਸਾਰੀ ਗੱਲ ਵੀ ਸਹੀ ਆ। ਰਾਜਾ ਜਦੋਂ ਕਿਸੇ ਨਗਰ ਵਿੱਚ ਜਾ ਕੇ ਕਿਸੇ ਨੂੰ ਡੰਨ ਲਾਉਂਦਾ ਜਾਂ ਟੈਕਸ ਲਾਉਂਦਾ ਤਾਂ ਇਹ ਨਹੀਂ ਜਾਣਦਾ ਵੀ ਇਹਦੇ ਕੋਲ ਡੰਡ ਹੈ, ਵੀ ਇਹਦੇ ਕੋਲ ਜਿਹੜਾ ਡੰਨ ਵਸੂਲ ਦੇਣ ਜੋਗਾ ਪੈਸਾ ਹੈ ਵੀ ਕਿ ਨਹੀਂ ਹੈ। ਉਲਟਾ ਲੁੱਟ ਪੁੱਟ ਲੈਂਦਾ, ਦੁੱਖ ਉਹਦਾ ਜਾਣਦਾ ਕੋਈ ਨਹੀਂ। ਵੀ ਇਹਦੇ ਮਗਰੋਂ ਇਹਦੇ ਟੱਬਰ ਦਾ ਕੀ ਹਾਲ ਹੋਵੇਗਾ ਰਾਜਾ ਥੋੜ੍ਹੀ ਵੇਖਦਾ। ਜ਼ਕਰੀਆ ਖਾਨ ਹੋਣੀ ਕਿਵੇਂ ਤੰਗ ਕਰ ਲੈਂਦੇ ਰਹੇ ਆ। ਲੱਖੂ, ਜਿਹਨੂੰ ਲਖਪਤ ਰਾਏ ਕਿਹਾ ਜਾਂਦਾ, ਖਾਲਸਾ ਨੂੰ ਲੱਖੂ ਹੀ ਕਹਿੰਦੇ ਆ ਖਾਲਸਾ ਦੇ। ਲੱਖੂ ਕਿਵੇਂ ਸਿੱਖਾਂ ਕੋਲ ਟੈਕਸ ਜ਼ਬਰਦਸਤੀ ਲੈਂਦਾ ਰਿਹਾ ਇੱਥੇ ਲਾਹੌਰ, ਜਦੋਂ ਇਹਦੇ ਭਰਾ ਨੂੰ ਮਾਰਿਆ ਸੀ ਜੱਸੂ ਨੂੰ। ਇਹ ਹੈ ਕੌਣ ਹੈ? ਇਹ ਵਜ਼ੀਰ ਆ, ਮੁਖੀਆ ਹੀ ਸੀ, ਦੀਵਾਨ ਸੀ ਲਾਹੌਰ ਦੇ ਸੂਬੇ ਦਾ। ਰਾਜੇ ਲੋਕ ਕਿੱਥੇ ਟਲਦੇ, ਇਹ ਨਹੀਂ ਕਹਿੰਦੇ ਗਰੀਬ ਆ, ਹਾਨੀ ਸਗੋਂ ਕਰਦੇ, ਬੇਇੱਜ਼ਤੀ ਕਰਦੇ। ਦੇਣਾ ਨਹੀਂ ਆ, ਸਾਲ ਹੋ ਗਿਆ, ਮੈਨੂੰ ਨਹੀਂ ਪਤਾ, ਜਿੱਥੋਂ ਮਰਜ਼ੀ ਲਿਆਓ। ਤੇ ਵੇਸਵਾ ਵੀ ਕਿਸੇ ਮਨੁੱਖ ਦਾ ਧਨ ਨਹੀਂ ਛੱਡਦੀ। ਉਹ ਪਰਾਏ ਪੁਰਖਾਂ ਨੂੰ ਆਪਣੇ ਨੇਤਰਾਂ ਦੇ ਤੀਰ ਦਾ ਸ਼ਿਕਾਰ ਬਣਾ ਕੇ ਉਸ ਕੋਲੋਂ ਸਾਰਾ ਧਨ ਲੁੱਟ ਲੈਂਦੀ ਹੈ। ਤੇ ਮਗਰੋਂ ਜਿਹੜੀ ਉਹਦੀ ਵਿਚਾਰੇ ਦੀ ਘਰ ਵਾਲੀ ਵੀ ਉਹਦਾ ਦੁੱਖ ਕਿੱਥੋਂ ਜਾਣਦੀ। ਬੇਸਵਾ ਸਾਤੋਂ ਕਰਤ ਜਵਾਲ, ਇਹਦਾ ਜੇ ਆਪਾਂ ਬੇਇੱਜ਼ਤੀ ਅਰਥ ਲਾਈਏ ਨਾ ਨੁਕਸਾਨ, ਤੇ ਇਹ ਵੀ ਬੜਾ ਮੁੱਖ ਅਰਥ ਆ ਵੀ ਬੇਸਵਾ ਵੀ ਨੁਕਸਾਨ ਹੀ ਕਰਦੀ। ਇਹ ਪਰਾਏ ਦੇ ਦੁੱਖ ਨੂੰ ਨਹੀਂ ਜਾਣਦੇ ਵੀ ਮੈਂ ਇੱਦਾਂ ਕਰੂ ਉਹਦਾ ਘਰ ਉੱਜੜ ਜੂ, ਸਗੋਂ ਕਹਿੰਦੀ ਉਜਾੜਾ ਕੇ ਰੱਖੂਗੀ। ਤੇ ਜਾਚਕ ਮੰਗਤਾ ਵੀ ਪਰਾਏ ਦੀ ਦੁੱਖ ਨੂੰ ਨਹੀਂ ਸਮਝਦਾ ਕਿ ਇਸ ਵੇਲੇ ਇਸ ਮਨੁੱਖ ਕੋਲ ਪੈਸਾ ਹੈ ਕਿ ਨਹੀਂ ਹੈ, ਇਹ ਸੁਖੀ ਹੈ ਦੁਖੀ ਹੈ। ਉਹ ਆਪਣੇ ਮੰਗਣ ਵਾਲੇ ਸੁਭਾਅ ਅਨੁਸਾਰ ਮੰਗੀ ਜਾਂਦਾ। ਦੇ ਦੋ ਤੁਹਾਡਾ ਭਲਾ ਹੋਊਗਾ, ਜਿੰਨਾ ਮਰਜ਼ੀ ਆ ਕਹੀ ਜਾਓ ਨਾ, ਹੈ ਨਹੀਂ ਆ, ਪਰ ਉਹਨੇ ਹਟਣਾ ਹੀ ਨਹੀਂ, ਮਜਬੂਰ ਅਗਲੇ ਨੂੰ ਕਰ ਦੇਣਾ। ਅਗਨ ਅੱਗ ਜਿਹੜਾ ਵਾ ਅੱਗ ਵੀ ਕਿਸੇ ਦਾ ਦੁੱਖ ਨਹੀਂ ਜਾਣਦੀ। ਅੱਗ ਵੀ ਹਾਨੀ ਕਰਦੀ, ਨੁਕਸਾਨ ਕਰਦੀ। ਜੋ ਉਸਨੂੰ ਜੋ ਉਹਦੇ ਲਪੇਟ 'ਚ ਅੱਗ ਬਸ ਸਾੜ ਕੇ ਰੱਖ ਦੇਣਾ। ਭਾਵੇਂ ਬੱਚਾ ਹੈ, ਜਵਾਨ ਹੈ, ਬੁੱਢਾ ਹੈ, 10 ਬੱਚਿਆਂ ਦਾ ਮਾਂ ਬਾਪ ਹੈ, ਜਿਹੜਾ ਦੀ ਲਪੇਟ 'ਚ ਆ ਗਿਆ ਉਹਦਾ ਨੇ ਹਾਨੀ ਕਰ ਹੀ ਦੇਣੀ, ਜਵਾਲ ਹਾਨੀ ਨੁਕਸਾਨ ਕਰ ਹੀ ਦੇਣਾ। ਇਸੇ ਤਰ੍ਹਾਂ ਬੱਚਾ ਵੀ ਹੈ। ਬੱਚਾ ਵੀ ਨਹੀਂ ਜਾਣਦਾ ਕਿ ਮੇਰੇ ਮਾਤਾ ਪਿਤਾ ਪਾਸ ਪੈਸਾ ਹੈ ਨਹੀਂ ਹੈ, ਜਿੱਦ ਕਰਕੇ ਆਪਣੀਆਂ ਲੋੜਾਂ ਪੂਰੀਆਂ ਕਰ ਲਈ ਪੈਸੇ ਮੰਗਦਾ ਤੇ ਜਾਂ ਇਹਦੇ ਦੁੱਖ ਦੇ ਮੁਤਾਬਕ ਆਪਾਂ ਦੱਸਣ ਦੇ ਵੀ ਦੁੱਖ ਨਹੀਂ ਇਹ ਜਾਣਦੇ। ਲਿਖਿਆ ਨਾ ਪਰ ਦੁੱਖ ਕੋ ਜਾਣਤ ਨਹੀਂ, ਸਾਤੋਂ ਕਰਤ ਜਵਾਲ, ਸਗੋਂ ਹਾਨੀ ਨੁਕਸਾਨ ਕਰਦੇ। ਬੱਚਾ ਵੀ ਨੁਕਸਾਨ ਹੀ ਕਰਦਾ, ਵੇਖਦਾ ਨਹੀਂ ਮਾਂ ਬਾਪ ਕਿਵੇਂ ਕਮਾਉਂਦੇ ਹੈ,
ਆ ਚਾਹੀਦਾ, ਜੇ ਚਾਹੀਦਾ, ਜਿੱਦ ਹੁੰਦੀ ਇਹਦੀ। ਮੁਕੱਦਮ ਜਿਹੜੇ ਚੌਧਰੀ ਲੋਕ ਆ, ਮੁਖੀਆ ਲੋਕ ਆ, ਉਹ ਵੀ ਪਰਾਏ ਦੀ ਪੀੜਾ ਨਹੀਂ ਜਾਣਦੇ। ਜਿਵੇਂ ਦੱਸਿਆ ਲੱਖੂ ਨਹੀਂ ਜਾਣਦਾ ਸੀ, ਉਹ ਆਪਣੀ ਵਡਿਆਈ ਵਾਸਤੇ ਚੁਗਲੀ ਕਰਕੇ ਦੂਜਿਆਂ ਦਾ ਬਾਲ ਬੱਚਾ ਫੜਾ ਜਾਂ ਮਰਵਾ ਦਿੰਦੇ ਆ, ਤੇ ਆਪਣੇ ਉਹ ਅਹੁਦਾ ਚਾਹੀਦਾ ਮੁਖੀਆ ਚੌਧਰੀ ਨੂੰ। ਬਾਕੀ ਕੋਈ ਕਿੰਨਾ ਮਰਜ਼ੀ ਦੁੱਖ ਹੋਵੇ ਉਹ ਨਹੀਂ ਜਾਣਦੇ। ਕਦਮ ਅੱਗੇ ਰੱਖਣ ਵਾਲਾ, ਸਟਾਰ ਲਵਾਉਣ ਵਾਲਾ, ਜਿਵੇਂ ਪੁਲਿਸ ਪਲਸ ਆ, ਅੱਗੇ ਕਦਮ ਰੱਖਣ ਨੂੰ ਫਿਰਦੀ ਨਾ ਮੇਰਾ ਰੈਂਕ ਵੱਧ ਜੇ, ਇਹ ਕਿਹਦਾ ਦੁੱਖ ਜਾਣਦੇ ਆ? ਕਿਸੇ ਦਾ ਨਹੀਂ ਜਾਣਦੇ। ਕਾਲ ਮੌਤ ਨੇ ਤੇ ਕਿਸੇ ਦਾ ਕੀ ਦੁੱਖ ਜਾਣਨਾ ਹੈ। ਜਿਸ ਘਰ ਵੀ ਦਿਨੇ ਖੁਸ਼ੀਆਂ ਆਉਂਦੀਆਂ, ਉਸੇ ਘਰ ਹੀ ਸਿਆਪੇ ਪੈਣ ਲੱਗ ਪੈਂਦੇ। ਜਦੋਂ ਮੌਤ ਕਾਲ ਆਪਣੀ ਮਰਜ਼ੀ ਤੇ ਆਉਂਦਾ, ਇਹ ਵੀ ਨਹੀਂ ਕਿਸੇ ਦਾ ਦੁੱਖ ਜਾਣਦਾ। ਇਸ ਪ੍ਰਕਾਰ ਇਹ ਕਿਸੇ ਬੁਰਾਈ ਦੁੱਖ ਨੂੰ ਨਹੀਂ ਜਾਣਦੇ, ਸਗੋਂ ਜਵਾਲ ਹਾਲਮੀ ਹੀ ਕਰਦੇ, ਦੁੱਖ ਹੀ ਦੇਣਾ ਕਰਦੇ। ਕੰਨਿਆ ਦੀ ਜੈ ਸੁਕਲ ਮੈਂ, ਹਾਂਜੀ, ਕੰਨਿਆ ਦੀ ਜੈ ਸੁਕੁਲ ਮੈਂ, ਸੁਕੁਲ ਪਾਠ ਆ, ਸੱਸੇ ਔਂਕੜ ਕੱਕੇ ਔਂਕੜ। ਕਹਿੰਦੇ ਜਿਹੜੀ ਲੜਕੀ ਆ ਉਹ ਸ੍ਰੇਸ਼ਟ ਖਾਨਦਾਨ, ਸ੍ਰੇਸ਼ਟ ਕੁੱਲ ਪਰਿਵਾਰ ਵੰਸ਼ ਵਿੱਚ ਜਿਹੜੀ ਦੇਣੀ ਕਰੀ ਭਾਵ ਦਾ ਵਿਆਹ ਨਾ ਲੜਕੀ ਦਾ ਸ੍ਰੇਸ਼ਟ ਚੰਗੀ ਕੁੱਲ ਵਿੱਚ ਵਿਆਹ ਕਰੀਏ, ਜਿਸ ਕਰਕੇ ਉਹ ਸੁਖੀ ਰਹੂ। ਪੁੱਤਰਨ ਵਿਦਿਆ ਬੀਚ, ਪੁੱਤਰਨ ਕਹੀਏ ਪੁੱਤਰ ਨੂੰ, ਹਾਂਜੀ, ਪੁੱਤਰਨ ਕਹੀਏ ਇੱਥੇ ਪੁੱਤਰਨ ਪਾਠ ਲਿਖਿਆ ਵਾ, ਪਰ ਸ਼ੁਭ ਪਾਠ ਜਿਹੜਾ ਪੁੱਤਰ ਹੈ ਕਰਾਇਆ। ਪੁੱਤਰ ਹੈ ਵਿਦਿਆ ਬੀਜ, ਭਾਵ ਪੁੱਤਰ ਹੈ ਕਹੀਏ ਪੁੱਤਰ ਨੂੰ, ਜਿਹੜਾ ਨਾ ਪੜ੍ਹਾਈ ਲਿਖਾਈ ਵਿੱਚ ਲਾਉਣਾ ਚਾਹੀਦਾ। ਵਿਦਿਆ ਵਿੱਚ ਪੁੱਤਰ ਨੂੰ ਵਿਦਿਆ ਪੜ੍ਹਨ ਵਿੱਚ ਲਾਉਣਾ ਚਾਹੀਦਾ, ਜਿਸ ਕਰਕੇ ਵੀ ਉਹ ਵਿਦਿਆ ਪੜ੍ਹ ਕੇ ਸੰਸਾਰੀ ਸੁੱਖ ਤੇ ਮਾਨਣ। ਦੁਨਿਆਵੀ ਪੜ੍ਹਾਈ ਵੀ ਆਉਣੀ ਚਾਹੀਦੀ ਆ, ਪਰਮਾਰਥ ਦੀ ਪੜ੍ਹ ਲਏ ਤੇ ਬਹੁਤ ਵੱਡੀ ਗੱਲ ਹੈ। ਪੁੱਤਰਨ ਪਾਠ ਹੋਵੇ ਤੇ ਫਿਰ ਬਹੁਵਾਚਕ ਹੋ ਜਾਂਦਾ, ਵੀ ਬੇਟਿਆਂ ਨੂੰ, ਪੁੱਤਰਾਂ ਨੂੰ ਵਿਦਿਆ ਪੜ੍ਹਨ ਨੂੰ ਜਿਹੜਾ ਲਾਉਣਾ ਚਾਹੀਦਾ, ਜਿਸ ਕਰਕੇ ਉਹ ਵਿਦਿਆ ਪੜ੍ਹ ਕੇ ਸੰਸਾਰੀ ਸੁੱਖ ਮਾਣ ਸਕੇ, ਜਾਂ ਬ੍ਰਹਮ ਵਿਦਿਆ ਪੜ੍ਹ ਕੇ ਆਤਮਾ ਆਨੰਦ ਦਾ ਸੁੱਖ ਮਾਣ ਸਕੇ। ਹੁਣ ਅੱਗੇ ਪਾਠ ਜਿਵੇਂ ਹੈਗਾ ਨਾ, ਮਿੱਤਰ ਹੈ ਦੀਜੇ ਧਰਮ ਮੈਂ, ਸਤਰ ਹੈ ਕਾਰਜ ਨੀਚ, ਇਸ ਕਰਕੇ ਪੁੱਤਰ ਹੈ ਪਾਠ ਸ਼ੋਧਿਆ। ਪੁੱਤਰ ਪਾਠ ਹੋਵੇ ਫਿਰ ਬਹੁਵਾਚਕ ਹੁੰਦਾ। ਮਿੱਤਰ ਹੈ ਦੀਜੈ ਧਰਮ ਮੈਂ, ਦੋਸਤ ਨੂੰ ਕਹਿੰਦੇ ਧਰਮ ਦੇ ਕੰਮਾਂ ਵਿੱਚ ਜੋੜਨਾ ਚਾਹੀਦਾ, ਧਰਮ ਦੇ ਕਾਰਜ ਵਿੱਚ ਲਾਉਣਾ ਕਰੇ। ਆਪਣੇ ਦੋਸਤ ਦੀ ਬੜੀ ਵੱਡੀ ਭਲਾਈ ਆ, ਕਿਉਂਕਿ ਉਹ ਧਰਮ ਦੇ ਕੰਮ ਵਿੱਚ ਲਾਓਗੇ ਤੇ ਸੁਖੀ ਹੋਊਗਾ। ਸਤਰ ਹੈ ਪਾਠ ਕਰਨਾ, ਸੱਸੇ ਤੱਤੇ ਪੈ ਚਰਾਰਾ ਔਂਕੜ ਹਾਹੇ ਸਿਆਰੀ, ਸੱਸੇ ਪੈ ਜੀ ਬਿੰਦੀ ਵੀ ਲਾ ਦੇਣੀ। ਛਤਰ ਹੈ ਫਿਰ ਪੜ੍ਹਨਾ, ਛਤਰ ਹੈ ਕਾਰਜ ਨੀਚ, ਅਤੇ ਸਤਰ ਹੈ ਜਿਹੜਾ ਵੈਰੀ ਦੁਸ਼ਮਣ ਆ, ਉਸ ਨੂੰ ਘਟੀਆ ਭੈੜੇ ਕੰਮਾਂ ਵਿੱਚ ਲਾਓ, ਨੀਚ ਕੰਮਾਂ ਵਿੱਚ, ਹਾਂਜੀ, ਤਾਂ ਜੋ ਵੀ ਉਹ ਸ਼ਤਰੂ ਦਾ ਬਲ ਕਮਜ਼ੋਰ ਹੋ ਜਾਵੇ ਤੇ ਉਹ ਨਾਸ ਖਤਮ ਹੋ ਜਾਵੇ, ਉਹਦਾ ਜੀਵਨ ਵਿਗੜ ਜੇ। ਮਿੱਤਰ ਨੂੰ ਧਰਮ ਦੇ ਕੰਮਾਂ 'ਚ ਲਾਉਣਾ ਵਾ, ਤੇ ਵੈਰੀ ਆਪਣੇ ਨੂੰ ਮਾੜੇ ਕੰਮ 'ਚ ਲਾਉਣਾ, ਤਾਂ ਜੋ ਉਹਦਾ ਮਲੀਆ ਮੇਟ ਹੋ ਜੇ। ਉਹਨੂੰ ਨਾ ਕਿਤੇ ਚੰਗੇ ਕੰਮੇ ਲਾ ਦੇ, ਨਹੀਂ ਤਾਂ ਵੈਰੀ ਆਪਾਂ ਨੂੰ ਹੋਰ ਦਬਾ ਦੂਗਾ। ਗੱਲ ਬਿਲਕੁਲ ਉੱਦਾਂ ਸਹੀ ਆ। ਚਾਣਕੇ ਰਿਸ਼ੀ ਮੁਤਾਬਕ ਜਿਹੜਾ ਬੰਦਾ ਤੁਹਾਡਾ ਪਹਿਲਾਂ ਹੀ ਵੈਰੀ ਆ, ਜੇ ਚੰਗੇ ਥਾਂ ਲਾ ਦੋਗੇ ਤੇ ਹੋਰ ਉਹ ਤੁਹਾਡਾ ਵੈਰੀ ਹੋ ਜਾਊਗਾ, ਹੋਰ ਨੁਕਸਾਨ ਕਰਨ ਦਾ ਉਹ ਚਾਹਵਾਨ ਹੋ ਜਾਊਗਾ। ਦੋਹਰਾ
ਕਲਪ ਸੂਦ ਕਾਲਾ ਸਰਪ ਸਾਫ ਸੁਥਰਾ ਸ਼ੂਦਰ ਸਾਫ ਰੰਗ ਵਾਲਾ ਪੀਲੇ ਰੰਗ ਵਾਲਾ ਸ਼ੂਦਰ। ਹਾਂਜੀ। ਕਾਲਾ ਬ੍ਰਾਹਮਣ ਦੇਖ ਕਲਪ ਸੂਦ ਕਾਲਾ ਸਰਪ। ਕਲਪ ਦਾ ਅਰਥ ਹੁੰਦਾ ਵਾ ਪੀਲਾ ਵੀ, ਤੇ ਕਲਪ ਦਾ ਅਰਥ ਹੁੰਦਾ ਸਾਫ ਵੀ। ਆਪ ਸਾਫ ਰੰਗ ਵਾਲਾ, ਪੀਲੇ ਰੰਗ ਵਾਲਾ, ਸੂਦ ਕਹੀਏ ਸ਼ੂਦਰ, ਸਿੱਧਾ ਸਮਝ ਲਓ ਵੀ ਸਾਫ ਸੁਥਰਾ ਸ਼ੂਦਰ। ਕਾਲਾ ਸਰਪ ਕਾਲਾ ਨਾਗ ਸੱਪ। ਕਾਲਾ ਬ੍ਰਾਹਮਣ ਦੇਖ, ਇਸੇ ਪ੍ਰਕਾਰ ਹੀ ਜਿਹੜਾ ਕਾਲਾ ਬ੍ਰਾਹਮਣ ਆ ਵੇਖ ਕਰਕੇ, ਜੋ ਹਿੰਦੂ ਸ਼ਾਸਤਰਾਂ ਵਿੱਚ ਬਹੁਤ ਮਾੜਾ ਲਿਖਿਆ ਆ ਇਹਨਾਂ ਨੂੰ। ਕਹਿੰਦੇ ਇਹਨ ਚਾਹੋਂ ਕਾ ਇਤਬਾਰ ਕਿਆ, ਇਹਨਾਂ ਚੌਹਾਂ ਦਾ ਕਹਿੰਦੇ ਕੀ ਇਤਬਾਰ ਹੈ। ਇਹਨਾਂ ਤੋਂ ਆਪਣਾ ਬਚਾਅ ਕਰ ਲੈਣਾ ਚਾਹੀਦਾ। ਇਹਦਾ ਕੋਈ ਵਿਸ਼ਵਾਸ ਨਹੀਂ ਕਦੋਂ ਧੋਖਾ ਦੇ ਜਾਣ। ਇਹ ਤਿੰਨ ਆ ਨਾ। ਚੌਥਾ ਕੌਣ ਅੱਗੇ ਦੱਸ ਰਹੇ? ਨਾਰ ਬਚਿੱਤਰ ਬਸੇਖ, ਜਿਹੜੀ ਨਾਰ ਚਰਿੱਤਰ ਬਸੇਖ, ਜਿਹੜੀ ਨਾਰ ਚਰਿੱਤਰ ਕਰਨ ਵਾਲੀ, ਭਾ ਚਲਾਕ ਆ ਨਾ, ਬਹੁਤੀ ਜਿਹੜੀ ਚਲਾਕ। ਬਸੇਖ ਅਰਥ ਬਹੁਤੀ ਦਾ, ਜੋ ਬਹੁਤ ਜ਼ਿਆਦਾ ਚਰਿੱਤਰ ਕਰਨ ਵਾਲੀ ਚਲਾਕ ਨਾਰੀ ਇਸਤਰੀ ਆ। ਕਹਿੰਦੇ ਛਲ ਕਪਟ ਕਰਨ ਵਾਲੀ ਜਿਹੜੀ ਇਸਤਰੀ ਆ, ਇਹਨਾਂ ਨੂੰ ਦੇਖ ਕੇ ਆਪਣਾ ਬਚਾਅ ਕਰ ਲੈਣਾ ਚਾਹੀਦਾ। ਇਹਨਾਂ ਚਾਹੋਂ ਕਾ ਇਤਬਾਰ, ਇਨ ਚਾਹੋਂ ਕਾ ਇਤਬਾਰ ਕਿਹਾ। ਇਹਨਾਂ ਚੌਹਾਂ ਦਾ ਕੀ ਇਤਬਾਰ ਆ? ਇੱਕ ਤੇ ਚਿੱਟੇ ਰੰਗ ਵਾਲਾ ਸ਼ੂਦਰ ਆ, ਕਿਉਂਕਿ ਸ਼ੂਦਰ ਆ ਤੇ ਉਹਨੇ ਸ਼ੂਦਰ ਹੀ ਰਹਿਣਾ। ਚਲੋ ਕੁਦਰਤੀ ਮੱਤ ਨੂੰ ਪੈ ਜੇ, ਪਰ ਜਿਵੇਂ ਆਪਾਂ ਕਹਿ ਦਿੰਦੇ ਨਾ, ਓਏ ਤੇਰੇ ਮੱਥੇ ਤੇ ਥੋੜ੍ਹੀ ਲਿਖਿਆ ਸੀ ਤੇਰੇ ਕੰਮ ਹੀ ਇਹ ਦਿਖਾ ਗਏ। ਵੀ ਕੋਈ ਵਿਰਲਾ ਹੀ ਜਿਹੜਾ ਸਹੀ ਨਿਕਲੇ, ਨਹੀਂ ਤੇ ਸੰਸਕਾਰ ਹੀ ਪਰਮੇਸ਼ਰ ਵੱਲੋਂ ਇਹੋ ਜਿਹੇ ਹੁੰਦੇ। ਕਲਪ ਸੂਦ ਸਾਫ ਸੁਥਰਾ ਸ਼ੂਦਰ, ਸੁਖਤਰੀ ਬ੍ਰਾਹਮਣ ਸੂਦ ਵੈ ਸਭ ਤੋਂ ਜਾਤੀ ਨੀਚ ਸੂਦ। ਸ਼ੂਦਰ ਜਾਤੀ ਦਾ ਸਿੱਧਾ ਸਮਝ ਲਓ ਵੀ ਸਾਫ ਸੁਥਰਾ ਮਨੁੱਖ। ਨਾਲ ਕਾਲਾ ਸੱਪ, ਜ਼ਹਿਰੀਲਾ ਹੁੰਦਾ ਨਾਗ ਵੀ। ਤੇ ਕਾਲਾ ਬ੍ਰਾਹਮਣ ਦੇਖ, ਕਾਲੇ ਬ੍ਰਾਹਮਣ ਨੂੰ ਵੇਖ ਕੇ। ਤੇ ਚੌਥਾ ਅਰਥ ਵਾਸਤੇ ਇੱਥੋਂ ਲੈਣਾ ਨਾਰ ਚਰਿੱਤਰ ਬਸੇਖ। ਚੌਥੀ ਜਿਹੜੀ ਨਾਰ ਆ ਇਸਤਰੀ ਆ, ਉਹ ਬੜੀ ਚਰਿੱਤਰ ਕਰਨ ਵਾਲੀ, ਭਾਵ ਚਲਾਕ ਆ। ਬਸੇਖ ਕਹੀਏ ਵਧੀਕ ਕਰਕੇ, ਬਹੁਤੇ ਕਰਕੇ। ਇਹਨ ਚੌਂ ਕਾ ਇਤਬਾਰ ਕਿਹਾ। ਨਾ ਚੌਂ ਦਾ ਕੋਈ ਇਤਬਾਰ ਨਹੀਂ, ਕਦੋਂ ਇਹ ਧੋਖਾ ਦੇ ਜਾਣ। ਸਿੱਖ ਧਰਮ ਵਿੱਚ ਕਿਸੇ ਜਾਤ, ਕੌਮ, ਰੰਗ ਰੂਪ, ਲਿੰਗ ਭੇਦ ਕਰਕੇ ਕਿਸੇ ਨਾਲ ਵਿਤਕਰਾ ਨਹੀਂ ਕੀਤਾ ਜਾਂਦਾ। ਹਰੇਕ ਦੇ ਗੁਣ ਦੀ ਕਦਰ ਕੀਤੀ ਜਾਂਦੀ ਹੈ। ਪਰਮਾਤਮਾ ਦੀ ਅੰਸ਼ ਮੰਨ ਕੇ ਹਰ ਇੱਕ ਨੂੰ ਜਿਹੜਾ ਵਾ ਸਤਿਕਾਰਿਆ ਜਾਂਦਾ। ਮਾਨਸ ਕੀ ਜਾਤ ਸਭ ਏਕੈ ਪਹਿਚਾਨ ਬੋ। ਇਹ ਤੇ ਗੱਲ ਗੁਰੂ ਸੱਚੇ ਪਾਤਸ਼ਾਹ ਦੀ ਬ੍ਰਹਮ ਗਿਆਨੀ ਅਵਸਥਾ ਕੇ ਜੋ ਦੀਸੈ ਸੋ ਤੇਰਾ ਰੂਪ। ਪਰ ਇੱਥੇ ਆਪਾਂ ਇੰਨੇ ਪੱਖ ਨਾਲ ਹੀ ਅਰਥ ਲੈਣਾ। ਜੇ ਤੇ ਸੰਸਕਾਰ ਚੰਗੇ ਹੋਣ, ਭਾਵੇਂ ਗੋਰੇ 'ਚ ਭਾਵੇਂ ਕਾਲੇ 'ਚ, ਸੰਸਕਾਰਾਂ ਦਾ ਮੁੱਲ ਆ। ਪਰ ਜੋ ਪ੍ਰਤੱਖ ਚਰਿੱਤਰਾਂ ਵਾਲਾ, ਤੇ ਕਾਲਾ ਨਾਗ ਵੀ ਆਪਾਂ ਕਹਿੰਦੇ ਬਹੁਤ ਜ਼ਹਿਰੀਲਾ, ਤੇ ਸ਼ੂਦਰ ਕਹਿੰਦੇ ਜਿਹੜਾ ਸ਼ੂਦਰ ਆ ਉਹ ਵੀ ਤੇ ਕੰਮ ਕਰ ਹੀ ਜਾਂਦਾ ਨਾ ਇਹੋ ਜਿਹਾ। ਫਿਰ ਆਪਾਂ ਕਹਿੰਦੇ ਆ ਤੇ ਪ੍ਰਤੱਖ ਆਮ ਹੀ ਦੁਨੀਆ ਵਿੱਚ ਗੱਲਾਂ ਸੁਣੀ ਦੀਆਂ ਹੁੰਦੀਆਂ ਬੀਤਦੀਆਂ। ਕਹਿੰਦੇ ਆ ਵੀ ਇਹਦੇ ਮੱਥੇ ਤੇ ਥੋੜ੍ਹੀ ਲਿਖਿਆ, ਇਹਦੇ ਕੰਮ ਹੀ ਦੱਸ ਕੇ ਵੀ ਕੌਣ ਹੈ। ਤੇ ਕਾਲਾ ਬ੍ਰਾਹਮਣ ਤੇ ਚਲੋ ਆਪਣਾ ਉਹਨੇ ਜਾਣ ਕੇ ਰਿਸ਼ੀ ਹੁਣ ਕਾਲਾ ਹੀ ਸੀ ਆਪ, ਤੇ ਉਹਨੇ ਆਪਣੇ ਵੱਲੋਂ ਹੀ ਹਿਸਾਬ ਲਾ ਦਿੱਤਾ ਵਾ ਵੀ ਉਹ ਇੱਕੋ ਹੀ ਕਾਲਾ ਬ੍ਰਾਹਮਣ। ਇਹ ਤੇ ਵੀ ਕੀ ਇਤਬਾਰ, ਕਿੱਦਾਂ ਉਹਨੇ ਕਿਹਦਾ ਕੀ ਕੀਤਾ। ਉਹ
ਰਾਜੇ ਨੂੰ ਲਿਆ ਕੇ ਅੱਧਾ ਰਾਜ ਦਵਾਇਆ, ਫਿਰ ਉਹਨੂੰ ਵੀ ਕੱਢਣ ਦੀ ਕੋਸ਼ਿਸ਼ ਕੀਤੀ, ਕੱਢਿਆ। ਚੰਦਰਗੁਪਤ ਮੌਰੀਆ ਨੂੰ ਪੂਰਾ ਪੂਰਾ ਰਾਜ ਭਾਗ ਦਿੱਤਾ ਤੇ ਵਜ਼ੀਰ ਦੀਵਾਨ ਬਣਿਆ ਸੀ। ਇਸ ਕਰਕੇ ਕਾਲੇ ਬ੍ਰਾਹਮਣ ਦਾ ਵਿੱਚ ਹੀ ਦੇ ਦਿੱਤਾ ਆਪਣੇ ਤੋਂ ਲੈ ਕੇ, ਕੋਈ ਉਹਨੇ ਛੁਪਾ ਨਹੀਂ ਰੱਖਿਆ। ਜਾਂ ਸੋ ਪ੍ਰੀਤ ਚਹੈ ਸਦਾ, ਆਂਦੇ ਵੀ ਜੇ ਜਾਂ ਸੋ ਭਾਵ ਜਿਸ ਸੋ ਕਹੀਏ ਨਾਲ, ਜਿਸ ਨਾਲ ਤੁਸੀਂ ਹਮੇਸ਼ਾ ਹੀ ਪਿਆਰ ਰੱਖਣਾ ਚਾਹੁੰਦੇ ਹੋ, ਪ੍ਰੀਤ ਪ੍ਰੇਮ ਪਿਆਰ ਸਦਾ ਹੀ ਚਾਹੇ ਕਹੀਏ ਚਾਹੁੰਦੇ ਹੋ, ਰੱਖਣਾ ਚਾਹੁੰਦੇ ਪ੍ਰੀਤੀ, ਤਾਂ ਸੋ ਕਿਆ ਵਿਵਹਾਰ, ਉਸ ਨਾਲ ਕਦੀ ਲੈਣ ਦੇਣ ਦਾ ਵਿਹਾਰ ਨਹੀਂ ਕਰਨਾ ਚਾਹੀਦਾ। ਤਾਂ ਸੋ ਉਸ ਨਾਲ ਕਿਆ ਕਿ ਕੀ ਵਿਹਾਰ ਲੈਣ ਦੇਣ ਦਾ ਕਰਨਾ, ਭਾਵ ਉਸ ਨਾਲ ਕਿਸੇ ਪ੍ਰਕਾਰ ਦਾ ਲੈਣ ਦੇਣ ਦਾ ਵਿਹਾਰ ਨਹੀਂ ਕਰਨਾ ਚਾਹੀਦਾ। ਮਤਲਬ ਜੇ ਇਹਨੂੰ ਦੇਤਾ ਤੇ ਕੋਈ ਮੰਗਣ ਦੀ ਕੋਸ਼ਿਸ਼ ਨਹੀਂ ਕਰਨੀ, ਤੈਨੂੰ ਇਦੋਂ ਦਿੱਤਾ ਸੀ ਇਦੋਂ ਦਿੱਤਾ ਸੀ, ਹੈਂ। ਜਾਂ ਉਹਨੂੰ ਦੇ ਕੇ ਤੇ ਆਖੇ ਵੀ ਹੁਣ ਮੈਂ ਵੀ ਲੈ ਲਾਂ। ਚਲੋ ਇੱਕ ਤਾਂ ਮਜਬੂਰੀ ਹੁੰਦੀ, ਇੱਕ ਉੱਦਾਂ ਹੀ ਵੀ ਮੈਂ ਲੈ ਲਈ ਲਵਾਂ, ਹੁਣ ਕੁਛ ਨਾ ਕੁਝ ਦਿੱਤਾ ਸੀ ਆਪਾਂ। ਲੈਣ ਦੇਣ ਦਾ ਵਿਹਾਰ ਨਹੀਂ ਕਰਨਾ ਚਾਹੀਦਾ। ਜਿਵੇਂ ਆਪਾਂ ਆਮ ਕਹਿੰਦੇ ਹਾਂ ਵੀ ਯਾਰ ਤੇਰੇ ਨਾਲ ਕਾਹਦਾ ਆਪਣਾ ਲੈਣ ਦੇਣ, ਤੂੰ ਤਾਂ ਆਪਣਾ ਭਰਾ ਆ, ਤੂੰ ਤਾਂ ਆਪਣਾ ਸੱਚਾ ਮਿੱਤਰ ਆ। ਸੋ ਕੋਈ ਵੀ ਆ ਜਿਹਦੇ ਨਾਲ ਆਪਾਂ ਪ੍ਰੇਮ ਚਾਹੁੰਦੇ ਸਦਾ, ਇੱਥੇ ਚਾਹੇ ਪਾਠ ਵੀ ਲਿਖਿਆ ਤੇ ਪਹਿਲਾ ਪਾਠ ਇਹ ਕਰਾਇਆ ਉਂਝ, ਜਾਂ ਸੋ ਪ੍ਰੀਤ ਚਾਹੋਂ ਸਦਾ, ਚਾਹੋਂ ਚੱਚਾ ਹਾ ਇੱਕ ਨੋੜਾ, ਇਹ ਪਹਿਲਾ ਪਾਠ ਹੈ। ਚਾਹੇ ਪਾਠ ਦੂਜਾ ਵਾ। ਇਸ ਤਰ੍ਹਾਂ ਅਰਥ ਇੱਕੋ ਹੀ ਬਣਦਾ ਵੀ ਜਿਸ ਨਾਲ ਤੁਸੀਂ ਸਦਾ ਪ੍ਰੀਤੀ ਪ੍ਰੇਮ ਪਿਆਰ ਚਾਹੁੰਦੇ ਰੱਖਣਾ, ਉਹਦੇ ਨਾਲ ਵੀ ਕਦੀ ਵਪਾਰ ਨਾ ਕਰੋ, ਪਾਓ ਨਾ ਲੈਣ ਦੇਣ ਨਾ ਕਦੀ ਕਰੋ। ਕੀ ਵਿਹਾਰ ਕਰਨਾ ਉਹਦੇ ਨਾਲ, ਤੈਨੂੰ ਦਿੱਤਾ ਸੀ ਜਦ ਕੋ ਤੈਨੂੰ ਉਹਦੇ ਕੋਲ ਲੈਣਾ ਹੁਣ, ਹਾਂਜੀ, ਉਹਦੇ ਨਾਲ ਇਹੋ ਜਿਹਾ ਕਦੀ ਨਾ ਕਰੋ। ਤਹਾਂ ਪਰੋਖ ਨਾ ਜਾਈਏ, ਫਿਰ ਕਹਿੰਦੇ ਤਹਾਂ ਕਹੀਏ ਉੱਥੇ ਕਦੇ ਵੀ, ਪਰੋਖ ਕਹੀਏ ਓਲੇ ਹੋ ਕੇ ਨਹੀਂ ਜਾਣਾ ਚਾਹੀਦਾ। ਜਹਾਂ ਮੀਤ ਕੀ ਨਾਰ, ਜਿੱਥੇ ਆਪਣੇ ਪਿਆਰੇ ਮਿੱਤਰ ਦੀ ਨਾਰ ਕਹੀਏ ਇਸਤਰੀ ਇਕੱਲੀ ਘਰ ਵਿੱਚ ਹੋਵੇ, ਤਾਂ ਪਰੋਖ ਨਾ ਜਾਈਏ। ਉੱਥੇ ਪਰੋਖ ਕਹੀਏ ਓਲੇ ਗੁਪਤ ਚੋਰੀ ਛਿਪੇ ਨਹੀਂ ਜਾਣਾ ਚਾਹੀਦਾ। ਕਿੱਥੇ, ਜਹਾਂ ਮੀਤ ਕੀ ਨਾਰ, ਜਿੱਥੇ ਮਿੱਤਰ ਦੀ ਇਸਤਰੀ ਘਰ ਇਕੱਲੀ ਹੋਵੇ। ਚੰਚਲਤਾਈ ਨਾਲ ਆਪਾਂ ਦੋਸਤੀ ਦੇ ਸਾਰੇ ਪ੍ਰੇਮ ਤੋੜ ਸਕਦੇ ਹਾਂ। ਚੌਪਈ, ਹੁਣ ਚੌਪਈ ਦੇ ਰਾਹੀਂ ਉਪਦੇਸ਼ ਕਰ ਰਹੇ, ਅੱਗੇ ਤੇ ਦੋਰੇ ਹੀ ਆਉਣ ਡੇ ਆ, ਹੁਣ ਚੌਪਈ ਛੰਦ ਆ ਗਏ। ਬੁਰਾ ਛਡਾਵੇ ਭਲਾ ਕਰਾਵੇ, ਕਈਆਂ ਨੇ ਤੇ ਇਹਦਾ ਨਾਮ ਕੱਲਾ ਛੰਦ ਹੀ ਦਿੱਤਾ, ਕਈ ਥਾਂ ਤੇ ਚੌਪਈ ਲਿਖੀ। ਚੌਪਈ ਛੰਦ ਸਮਝ ਲਓ, ਕਿਉਂਕਿ ਚਾਰ ਤੁਕਾਂ ਵਾਲੀ ਚੌਪਈ ਹੁੰਦੀ ਹੈ ਤੇ ਇਹਦੇ ਵਿੱਚ ਚਾਰ ਹੀ ਤੁਕਾਂ ਹੈ। ਬੁਰਾ ਛਡਾਵੇ ਭਲਾ ਕਰਾਵੇ, ਮਾੜੇ ਕੰਮਾਂ ਤੋਂ ਹਟਾਉਂਦਾ ਹੈ ਤੇ ਚੰਗੇ ਕੰਮ ਕਰਾਉਂਦਾ ਹੈ। ਹਾਂਜੀ, ਭਾਵ ਬੁਰਾ ਛਡਾਵੇ, ਜੋ ਬੰਦਾ ਮਾੜੇ ਬੁਰੇ ਭੈੜੇ ਕੰਮਾਂ ਤੋਂ ਹਟਾਵੇ, ਛਡਾਉਂਦਾ ਵਾ, ਭਲਾ ਕਰਾਵੇ ਤੇ ਭਲਾ ਚੰਗੇ ਜਿਹੜੇ ਕੰਮ ਆ ਉਹ ਕਰਾਵੇ, ਕਈ ਕਰਵਾਉਂਦਾ ਵੀ ਆ ਕਰ, ਭਾਵ ਬੁਰੇ ਪਾਸੋਂ ਹਟਾ ਕੇ ਨਾ ਚੰਗੇ ਪਾਸੇ ਵੱਲ ਲਾਉਂਦਾ ਵੀ ਆ ਨਾ ਮਾੜਾ ਨਾ ਕਰ, ਚੰਗਾ ਕਰਿਆ ਕਰ। ਦੁੱਖ ਛਡਾਵੇ ਗੁਣ ਪ੍ਰਗਟਾਵੇ, ਫਿਰ ਜੋ ਦੋਸ਼ ਜਿਹੜੇ ਭੁੱਲਾਂ ਗਲਤੀਆਂ, ਹਾਂਜੀ, ਉਹ ਗਲਤੀਆਂ ਛਡਾਵੇ, ਗਲਤੀਆਂ ਤੋਂ ਹਟਾਵੇ, ਛਡਾਵੇ ਦਾ ਅਰਥ ਹਟਾਵੇ ਜਾਂ ਛਡਾਵੇ।
ਦੋਖਾਂ ਗਲਤੀਆਂ ਭੁੱਲਾਂ ਤੋਂ ਹਟਾਵੇ। ਭਾਈ ਇਹ ਨਾ ਕਰਿਆ ਕਰ। ਗੁਣ ਪ੍ਰਗਟਾਵੇ। ਅਤੇ ਜਿਹੜੇ ਦੈਵੀ ਗੁਣ ਆ, ਸ਼ੁਭ ਗੁਣ ਆ, ਚੰਗਿਆਈਆਂ ਵਾ, ਖੂਬੀਆਂ ਚਾਹੀਦੀਆਂ ਜਿਹੜੇ ਬੰਦੇ ਵਿੱਚ, ਉਹਨਾਂ ਨੂੰ ਪ੍ਰਗਟਾਵੇ। ਪ੍ਰਗਟ ਕਰ ਦਿੰਦਾ, ਪ੍ਰਗਟ ਕਰ ਦੇਵੇ, ਜਾਂ ਵੀ ਦੋਖ ਛਡਾ ਕੇ ਗੁਣ ਪ੍ਰਗਟਾਵੇ, ਗੁਣਾਂ ਨੂੰ ਪ੍ਰਗਟ ਕਰੇ, ਭਾਵ ਸਾਹਮਣੇ ਲਿਆਵੇ। ਭਾਈ ਆ ਗੁਣ ਧਾਰਨ ਕਰ। ਆਪਦਾ ਮੈਂ ਛੋੜੈ ਨਹਿ ਮਿੱਤਰ। ਫਿਰ ਆਪਦਾ ਮੁਸ਼ਕਲ ਪੈ ਗਈ, ਬਿਪਤਾ ਪੈ ਗਈ, ਭੀੜਾ ਪੈ ਗਈ, ਬੜੀ ਔਖ ਆ ਗਈ ਜ਼ਿੰਦਗੀ 'ਚ। ਇਹੋ ਜਿਹੇ ਸਮੇਂ ਵਿੱਚ, ਮੁਸ਼ਕਲ ਵਿੱਚ ਜੋ ਸਾਥ ਨਾ ਛੱਡੇ, ਹਾਂਜੀ ਤੇ ਆਪ ਦਾ ਮੈਂ ਛੋਡੇ ਨਹੀਂ। ਜਿਹੜਾ ਬਿਪਤਾ ਵੀ ਛੱਡਦਾ ਨਹੀਂ ਨਾ ਔਖੇ ਭੀੜ ਵੇਲੇ, ਉਹੀ ਉਹ ਅਸਲ ਮਿੱਤਰ ਆ। ਪਿੱਛੇ ਵੀ ਆਇਆ ਨਾ, ਜਿਹੜਾ 6 ਪ੍ਰਕਾਰ ਦੀ ਪ੍ਰੀਤੀ ਕਰਦਾ ਸੀ, ਉਹ ਮਿੱਤਰ ਆ। ਵੀ ਆਪਣੇ ਦੋਸਤ ਪੁੱਛੇ ਗਿੱਛੇ, ਦੁੱਖ ਸੁੱਖ ਵੇਲੇ ਦੇਣਾ ਲੈਣਾ ਪਵੇ ਕਰੇ, ਉਹਦੀ ਦਿਲ ਦੀ ਗੱਲ ਬੁੱਝੇ, ਉਹਨੂੰ ਸੁਣਾਵੇ ਨਿਝੱਕ ਹੋ ਕੇ। ਭੀਰ ਪਰੈ ਦੀਜੈ ਸੋ ਪਵਿੱਤਰ। ਹਾਂਜੀ, ਭੀਰ ਪਵੈ ਭਾਵ ਜਦੋਂ ਭੀੜ ਪੈ ਜੇ, ਮੁਸੀਬਤ ਪੈ ਜੇ, ਹਾਂਜੀ ਔਂਕੜ ਪੈ ਜੇ, ਤੇ ਉਸ ਵੇਲੇ ਔਂਕੜ ਪਰੇ ਕਹੀਏ ਪੈ ਜਾਵੇ, ਪਈ ਹੋਵੇ, ਬਿਪਤਾ ਪੈ ਜਾਵੇ, ਤੇ ਭੀੜ ਪੈਣ ਤੇ ਵੀ ਜੋ ਦੀਜੈ, ਜੋ ਸਾਥ ਦਵੇ, ਫਿਰ ਨੇਕ ਸਲਾਹ ਦੀਜੈ ਦੇਣਾ ਕਰੇ, ਸੋ ਪਵਿੱਤਰ। ਉਹਨੂੰ ਮਿੱਤਰ ਨੂੰ ਪਵਿੱਤਰ ਸਮਝਿਆ ਜਾਂਦਾ, ਉਹੀ ਮਿੱਤਰ ਸਮਝਿਆ ਜਾਂਦਾ, ਉਹੀ ਪਵਿੱਤਰ ਹੈ, ਉਹੀ ਉਹ ਸੱਚਾ ਸੁੱਚਾ ਮਿੱਤਰ ਹੈ, ਜਿਹੜਾ ਭੀੜ ਪਵੇ ਤੇ ਸਿੱਖਿਆ ਦੀਜੈ ਦੇਣਾ ਕਰੇ, ਨੇਕ ਸਲਾਹ ਦਵੇ, ਫਿਰ ਭੀੜ ਪਵੇ ਤੇ ਸਾਥ ਦੇਣਾ ਕਰੇ, ਸੋ ਪਵਿੱਤਰ। ਉਹ ਪਵਿੱਤਰ ਆ ਤੇ ਉਹੀ ਸੱਚਾ ਸੁੱਚਾ ਮਿੱਤਰ ਆ। ਜਿਹੜੇ ਉੱਪਰ ਆ 24 ਛੰਦ 'ਚ ਆਇਆ ਨਾ, ਇਹ ਸਾਰੀਆਂ ਗੱਲਾਂ ਜੋ ਕਰਦਾ ਅਸਲ ਮਿੱਤਰ ਹੋਇਆ। ਦੋਹਰਾ ਜੋ ਸਰ ਬੰਸ ਜਾਤਾ ਲਖੈ। ਆਦੇ ਜੇਕਰ ਸਰਬੰਸ, ਜੇਕਰ ਕੋਈ ਮਨੁੱਖ ਆਪਣਾ ਸਰਬ ਅੰਸ਼ ਭਾਵ ਸਰਬ ਸਾਰੀ ਅੰਸ਼ ਭਾਵ ਧਨ, ਸਾਰਾ ਧਨ ਪਦਾਰਥ ਹੀ ਨਾਸ ਹੁੰਦਾ ਜਾਂਦਾ ਜਾਣੇ। ਸਰਬੰਸ ਭਾਵ ਸਾਰਾ ਧਨ ਜਾਤਾ ਕਹੀਏ ਜਾਂਦਾ ਹੋਇਆ, ਵੀ ਖਤਮ ਹੋਣ ਡਿਆ, ਲਖੇ ਕਹੀਏ ਜਾਣੇ। ਤਉ ਆਦਾ ਕਰ ਦਾਨ, ਤਉ ਕਹੀਏ ਤਦੋਂ ਉਸ ਵਿੱਚੋਂ ਕੀ ਕਰੇ, ਵੀ ਅੱਧਾ ਜਿਹੜਾ ਦਾਨ ਕਰ ਦੇਵੇ। ਜੇਕਰ ਜਾਓ ਸਰਬੰਸ, ਹਾਂਜੀ ਜਾਓ, ਇੱਥੇ ਮਾਇਆ ਦੀ ਗੱਲ ਹੋਣ ਡਈ ਆ ਵੀ ਜਾਓ, ਜੇਕਰ ਸਰਬੰਸ ਸਾਰਾ ਹੀ, ਸਾਰਾ ਕੀ ਹੈ ਧਨ ਪਦਾਰਥ ਆਪਣਾ ਦਿਖੇ ਵੀ ਜਾਂਦਾ ਆ, ਹੱਥੋਂ ਜਾ ਰਿਹਾ, ਦਿਸਣ ਡਿਆ ਵਾ ਵੀ ਰਹਿਣਾ ਨਹੀਂ ਆਪਣੇ ਕੋਲ, ਇਹ ਲਖੇ ਕਹੀਏ ਜਾਣੇ ਸਮਝੇ। ਤਉ ਆਦਾ ਕਰੈ ਦਾਨ, ਤਉ ਕਹੀਏ ਤਦੋਂ ਜਿਹੜਾ ਨਾ ਆਪਣੇ ਵੀ ਕੁਝ ਤੇ ਚੱਲ ਗਿਆ, ਕੁਝ ਰਹਿ ਗਿਆ, ਭਾਵ ਜੋ ਅੱਧਾ ਕੁ ਰਹਿ ਗਿਆ, ਉਹਦੇ ਅੱਧੇ ਵਿੱਚੋਂ ਵੀ ਭਾਵ ਬਚੇ ਹੋਏ ਚੋਂ ਵੀ ਇਹ ਜਿਹੜਾ ਨਾ ਅੱਧਾ ਦਾਨ ਹੀ ਕਰ ਦੇਵੇ। ਆਪ ਗੁਜ਼ਾਰਾ ਕਰੇ, ਕੁਝ ਰੱਖ ਲਏ ਤੇ ਉਹਦੇ ਵਿੱਚੋਂ ਜੋ ਬਚ ਗਿਆ ਉਹਦਾ ਅੱਧਾ ਦਾਨ ਕਰ ਦੇਵੇ, ਜਾਂ ਸਾਰਾ ਪਿਆ ਵੀ ਜਾਣ ਵਾਲਾ ਜਾਣੇ ਸਮਝੇ ਤੇ ਅੱਧਾ ਵਿੱਚੋਂ ਦਾਨ ਕਰ ਦੇਵੇ, ਵੰਡ ਦੇਵੇ ਇੱਕ ਛੇਤੀ ਨਾਲ। ਆਦੇ ਮੈਂ ਵਰਤੇ ਤਬੈ, ਤੇ ਜੋ ਉਸ ਬਚਿਆ ਹੋਇਆ ਅੱਧਾ ਆ, ਅੱਧਾ ਧਨ ਬਚਿਆ ਹੋਇਆ, ਉਹ ਬਚੇ ਹੋਏ ਧਨ ਵਿੱਚੋਂ ਪਦਾਰਥ ਵਿੱਚੋਂ ਆਪ ਜਿਹੜਾ ਨਾ ਤਬੈ ਤਦੋਂ ਆਪ ਵਰਤੇ, ਉਹਦੇ ਵਿੱਚੋਂ ਗੁਜ਼ਾਰਾ ਕਰੇ, ਉਹਦੇ ਵਿੱਚੋਂ ਗੁਜ਼ਾਰਾ। ਆਦੇ ਮੈਂ ਵਰਤੇ ਤਬੈ ਤਦੋਂ ਅੱਧਾ ਜਿਹੜਾ ਹੈਗਾ ਉਹਦੇ ਵਿੱਚ ਹੀ ਆਪਣਾ ਗੁਜ਼ਾਰਾ ਕਰੇ, ਉਹਨੂੰ ਵਰਤੋਂ ਵਿਆਹ 'ਚ ਲਿਆਵੇ,
ਸੋ ਮਾਨਸ ਸੁਰ ਗਿਆਨ, ਉਹ ਮਨੁੱਖ ਅਸਲ ਵਿੱਚ ਸੁਰ ਗਿਆਨ, ਸ੍ਰੇਸ਼ਟ ਗਿਆਨ ਵਾਲਾ, ਅਕਲ ਵਾਲਾ ਹੈ, ਗਿਆਨੀ, ਗਿਆਨਵਾਨ ਹੈ, ਸਮਝਦਾਰ ਹੈ। ਹਾਂਜੀ, ਜਾਂ ਸੁਰ ਨਾਮ ਦੇਵਤਿਆਂ ਦਾ ਹੁੰਦਾ, ਭਾਵ ਦੇਵਤਿਆਂ ਦੇ ਗਿਆਨ ਵਾਲਾ, ਭਾਵ ਬਹੁਤ ਵੱਡਾ ਗਿਆਨਵਾਨ ਗਿਆਨੀ ਹਾਂ। ਮਾਨਸ ਕਹੀਏ ਮਨੁੱਖ, ਜੋ ਸਰਬੰਸ ਜਾਤਾ ਲਖਿਆ, ਆਪਣਾ ਸਾਰਾ ਹੀ ਧਨ ਜਾਂਦਾ ਜਾਂ ਨੜਿਆ ਪਦਾਰਥ, ਤਾਂ ਉਹ ਆਦਾ ਕਰ ਦਾਨ, ਆਂਦੇ ਤਾਂ ਆਦਾ ਕਰੇ ਦਾਨ, ਅੱਧਾ ਜਿਹੜਾ ਦਾਨ ਕਰ ਦੇਵੇ ਤੇ ਆਧੇ ਮੇ ਵਰਤੇ ਤਵੇ, ਅੱਧਾ ਜਿਹੜਾ ਰਹਿ ਗਿਆ ਵਾ ਉਹਦੇ ਵਿੱਚ ਤਦੋਂ ਵਰਤੋਂ ਵਿਹਾਰ ਕਰੇ ਆਪਣਾ, ਉਹਨੂੰ ਵਰਤੇ। ਹਾਂਜੀ, ਸੋ ਮਾਨਸ ਸੁਰ ਗਿਆਨ, ਸ੍ਰੇਸ਼ਟ ਗਿਆਨ ਵਾਲਾ ਗਿਆਨੀ ਆ ਉਹ, ਸਮਝਦਾਰ ਨੂੰ ਸਮਝ ਲਓ ਤੁਸੀਂ। ਦੋਹਰਾ ਥਿਰ ਨਾ ਮਨੋਰਥ ਮਾਨਸੀ, ਕਹਿੰਦੇ ਮਨੁੱਖ ਦੇ ਜਿਹੜੇ ਖਿਆਲ ਆ ਨਾ, ਫੁਰਨੇ ਮਨੋਰਥ ਆ, ਮਾਨਸੀ ਭਾਵ ਮਨੁੱਖੀ ਬੰਦਾ, ਮਨੁੱਖੀ ਜੋ ਬਿਰਤੀ ਆ, ਮਨੁੱਖੀ ਜੋ ਮਨੋਰਥ ਖਿਆਲ ਆ, ਫੁਰਨੇ ਆ, ਥਿਰ ਨਾ, ਉਹ ਕਦੇ ਵੀ ਇੱਕ ਥਾਂ ਨਹੀਂ ਟਿਕਦੇ। ਮਨੋਰਥ ਮਨ ਦੇ ਵਿਕਲਪ ਸੰਕਲਪ ਕਦੀ ਥਿਰ ਨਹੀਂ ਹੁੰਦੇ, ਟਿਕਦੇ ਨਹੀਂ ਆ, ਅਤੇ ਨਾ ਹੀ ਕਦੀ ਪੂਰੇ ਹੀ ਹੁੰਦੇ। ਇਹ ਪੂਰੇ ਹੁੰਦੇ ਹੀ ਨਹੀਂ ਆ, ਚੱਲੀ ਜਾਂਦੇ, ਕਦੀ ਕੁਝ ਕਦੀ ਕੁਝ। ਸਗਲੇ ਦੇਵਾਧੀਨ, ਇਹਨੂੰ ਦੇਵਾਧੀਨ ਪਾਠ ਕਰਨਾ, ਧੀਨ ਨਹੀਂ ਕਹਿਣਾ, ਭਾਵ ਇਹ ਸਾਰਾ ਕੁਝ ਨਾ ਭਾਈ ਪਰਮਾਤਮਾ ਦੇ ਅਧੀਨ ਆ, ਵਾਸੇ ਦੇਵਾ ਅਧੀਨ, ਜਿਹੜਾ ਵਾਵੇ ਕਰਨਾ ਉਹਦੇ ਚ ਐੜਾ ਨਿਕਲ ਜਾਣਾ, ਬਣਨਾ ਅਧੀਨ, ਦੇਵ ਅਧੀਨ। ਦੇਵ ਨਾਮ ਪ੍ਰਕਾਸ਼ ਸਰੂਪ ਪਰਮੇਸ਼ਰ ਦਾ, ਭਾਵ ਪ੍ਰਕਾਸ਼ ਸਰੂਪ ਪਰਮੇਸ਼ਰ ਦੇ ਅਧੀਨ ਵਸ ਵਿੱਚ ਆ, ਜੋ ਪ੍ਰਭੂ ਚਾਹੁੰਦਾ ਉਹੀ ਹੁੰਦਾ। ਬੰਦੇ ਦੇ ਮਨੋਰਥ ਤੇ ਕਦੀ ਮੁੱਕਣੇ ਹੀ ਨਹੀਂ ਆ, ਇਹਨੂੰ ਤੇ ਲੱਗੀ ਰਹਿੰਦੀ। ਹਾਂ, ਇੱਛਾ ਪੂਰਕ ਸਰਬ ਸੁਖ ਦਾਤਾ, ਹਰ ਜਾ ਕੇ ਵਸੈ ਕਾਮ ਤੇ, ਨਾ ਸੋ ਐਸਾ ਧਿਆਈਏ ਮੇਰੇ ਜੀੜੇ, ਤਾਂ ਸਰਬ ਸੁਖ ਪਾਵੇ ਮੇਰੇ ਮਨ। ਜਪ ਮਨ ਸਤਨਾਮ ਸਦਾ ਸਤਨਾਮ, ਸਤਨਾਮ ਜਪੇ ਤੇ ਇੱਛਾ ਪੂਰੀਆਂ ਸਾਰੀਆਂ ਹੋ ਜਾਂਦੀਆਂ। ਇੱਥੇ ਤੇ ਆਪਾਂ ਇੰਨਾ ਕੁ ਅਰਥ ਜਿਹੜਾ ਕਥਨ ਕਰਨਾ ਵੀ ਮਨੁੱਖੀ ਖਿਆਲ ਕਦੀ ਉਹ ਥਿਰ ਨਹੀਂ ਹੁੰਦੇ। ਸਗਲੇ ਦੇਵਾਧੀਨ, ਸਾਰੇ ਖਿਆਲ ਜਿਹੜੇ ਨਾ ਪਰਮੇਸ਼ਰ ਦੇ ਵਾਸੇ ਆ, ਭਾਵ ਜੋ ਚਾਹਵੇ ਤੇ ਇੱਕੇ ਮਨੋਰਥ ਹੈ ਬੰਦੇ ਨੂੰ ਰਜਾ ਦੇ, ਚਾਹੇ ਤੇ ਉਹ ਰੱਜਾ ਨਾ ਦੇਵੇ, ਜਾਂ ਉਹ ਮਾਲਕ ਐਸੀ ਕਿਰਪਾ ਕਰ ਸਕਦਾ ਵੀ ਬਿਲਕੁਲ ਹੀ ਮਨੋਰਥ ਖਤਮ ਕਰ ਸਕਦਾ, ਉਹਦੇ ਵਾਸਤੇ ਆ। ਤੇ ਇੱਥੇ ਜਿਹੜਾ ਪ੍ਰਕਰਨ ਮੁਤਾਬਕ ਵੀ ਇਹ ਕਦੀ ਟਿਕਦੇ ਨਹੀਂ ਆ, ਪਰਮੇਸ਼ਰ ਦੇ ਵਾਸੇ ਆ, ਕਦੀ ਪੂਰੇ ਨਹੀਂ ਹੁੰਦੇ, ਬੰਦੇ ਦੇ ਮੁੱਕਦੇ ਨਹੀਂ ਆ, ਜਿੰਨਾ ਚਿਰ ਮਰ ਨਹੀਂ ਜਾਂਦਾ। ਤਾਂ ਤੇ ਰਹਿ ਸੰਤੋਖ ਸੋ, ਤਾਂ ਤੇ ਕਹੀਏ ਇਸ ਕਰਕੇ, ਤੇ ਦਾ ਅਰਥ ਕਰਕੇ, ਜਾਂ ਇਹ ਤਾਂ ਦਾ ਅਰਥ ਇਸ, ਤੇ ਦਾ ਅਰਥ ਕਰਕੇ, ਇਸ ਕਰਕੇ, ਜਾਂ ਤਾਂ ਦਾ ਅਰਥ ਹੁੰਦਾ ਵਾ ਇਸ, ਤੇ ਦਾ ਅਰਥ ਹੁੰਦਾ ਵਾਸਤੇ, ਇਸ ਵਾਸਤੇ ਨਾ, ਜਾਂ ਇਸ ਕਰਕੇ ਜੋ ਮਨੁੱਖ ਆ ਉਹ ਸੰਤੋਖ ਸੋ, ਸੰਤੋਖ ਨਾਲ, ਸਬਰ ਸੰਤੋਖ ਨਾਲ ਰਹੇ। ਜੋ ਮਾਨਸ ਪਰਬੀਨ, ਜੋ ਮਾਨਸ ਮਨੁੱਖ ਪਰਬੀਨ, ਚਤਰ ਸਿਆਣਾ, ਹਾਂਜੀ, ਤੇ ਉਹ ਸੰਤੋਖ ਦੇ ਸਹਿਤ ਰਹੇ ਰਹਿੰਦਾ ਹੈ। ਤੇ ਜਾਂ ਵੀ ਸੰਤਾਂ ਇਸ ਵਾਸਤੇ ਸੰਤੋਖ ਨਾਲ ਹੀ ਰਹੇ, ਸਮਝਦਾਰ ਬਣ ਕੇ, ਕਿਉਂਕਿ ਪੂਰੇ ਹੋਣ ਵਾਲੇ ਤੇ ਨਹੀਂ ਆ। ਜੋ ਮਾਨਸ ਪਰਬੀਨ, ਜਿਹੜੇ ਮਨੁੱਖ, ਜੋ ਕਹੀਏ ਜਿਹੜੇ ਮਨੁੱਖ ਹੈਗੇ ਆ ਨਾ ਪਰਬੀਨ ਸਿਆਣੇ, ਉਹ ਦੇ ਇਸ ਤਾਂ ਦੇ ਇਸੇ ਕਰਕੇ, ਇਸੇ ਵਾਸਤੇ ਸੰਤੋਖ ਨਾਲ ਹੀ ਰਹਿ ਕਈ ਰਹਿੰਦੇ ਆ, ਤੇ ਉਹੀ ਪਰ ਮਾਨਸ ਪਰਬੀਨ ਸਮਝਦਾਰ ਆ, ਰੱਜੇ ਪੁੱਜੇ ਰਹਿੰਦੇ ਆ। ਵੀ ਮਨ ਦਾ ਤੇ ਸੁਭਾਅ ਹੀ ਇਹੋ, ਆਪਾਂ ਮਨ ਪਿੱਛੇ ਨਹੀਂ ਲੱਗਣਾ। ਦੋਹਰਾ ਦੀਆ ਜੋ ਅਗਲੇ ਜਨਮ ਕਾ, ਜੋ ਜਿਹੜਾ ਕੁਝ ਵੀ ਅਗਲੇ, ਪਹਿਲੇ, ਅਗਲੇ ਅਰਥ ਭਾਵ ਪਹਿਲੇ, ਭਾਵ ਪਿਛਲੇ ਜਨਮ ਕਾ, ਜਨਮਾਂ ਦਾ
ਕੋਈ ਦਾਨ ਪੁੰਨ ਦੀਆ ਕਹੀਏ ਦਿੱਤਾ ਹੁੰਦਾ ਹੈ। ਮਿਲੇ ਸੋ ਇਹਾਂ ਆਹੇ, ਜਿਹੜਾ ਕੋਈ ਚੰਗਾ ਮੰਦਾ ਆਪਾਂ ਕਰਮ ਕੀਤਾ ਹੁੰਦਾ ਨਾ ਪਹਿਲੇ ਜਨਮਾਂ 'ਚ, ਮਿਲੇ ਸੋ ਇਹਾਂ ਆਹੇ, ਉਹ ਇਸ ਪ੍ਰਕਾਰ ਇਹਾਂ ਕਹੀਏ ਇਸ ਲੋਕ, ਇਹਾਂ ਜਾਂ ਇਸ ਜਨਮ ਵਿੱਚ ਆ ਕੇ ਮਿਲਦਾ, ਪ੍ਰਾਪਤ ਹੁੰਦਾ। ਮਿਲੇ ਕਹੀਏ ਮਿਲਦਾ, ਹਾਂਜੀ। ਮਿਲੇ ਸੋ ਇਹਾਂ ਆਹੇ, ਉਹ ਇੱਥੇ ਆ ਕੇ ਮਿਲਦਾ। ਪੂਰਬਲੇ ਜਨਮ ਦਾ ਕੋਈ ਜੋ ਅਗਲੇ ਕਹੀਏ ਪਹਿਲੇ ਜਨਮ, ਪੂਰਬਲੇ ਜਨਮ ਦਾ ਕੋਈ ਦਾਨ ਪੁੰਨ ਦਿੱਤਾ ਹੁੰਦਾ ਨਾ ਜਿਹੜਾ, ਹਾਂਜੀ, ਤੇ ਉਹ ਮਿਲਦਾ ਇਹਾਂ ਇਸ ਜਨਮ ਵਿੱਚ ਆ ਕੇ। ਜੈਸੇ ਬਛੜਾ ਗਊ ਕਾ ਪ੍ਰਮਾਣ ਦਿੰਦੇ ਆ ਜਾਣ ਕੇ ਰਿਸ਼ੀ ਜੀ, ਕਹਿੰਦੇ ਜਿਵੇਂ ਗਾਂ ਦਾ ਬਛੜਾ ਛੋਟਾ ਜਿਹਾ ਬੱਚਾ ਹੁੰਦਾ ਵਾ, ਗਊ ਕਾ ਕਹੀਏ ਗਾਂ ਦਾ ਛੋਟਾ ਜਿਹਾ ਬਛੜਾ ਬੱਚਾ ਹੁੰਦਾ, ਬੱਚਾ ਮਿਲੇ ਮਾਤ ਕੋ ਧਾਏ, ਉਹ ਗਊਆਂ ਦੇ ਵੇਖ ਲਓ ਸਾਰੇ ਵੱਗ ਨੂੰ ਛੱਡ ਕੇ ਤੇ ਆਪਣੀ ਮਾਤ ਕੋ, ਮਾਤਾ ਨੂੰ ਧਾਏ ਕਹੀਏ ਦੌੜ ਕੇ ਆ ਕੇ ਮਿਲਦਾ। ਇਸੇ ਤਰ੍ਹਾਂ ਪੂਰਬਲੇ ਜਨਮਾਂ ਵਿੱਚ ਜਿਹੜੇ ਕੀਤੇ ਕਰਮਾਂ ਦਾ ਫਲ ਆ ਮਨੁੱਖ ਨੂੰ ਉਹੀਓ ਮਿਲਦਾ। ਜਿਹਾ ਬੀਜੇ ਸੋ ਲੁਣੈ, ਕਰਮਾ ਸੰਦੜਾ ਭੇਤ, ਕਰਮ ਧਰਤੀ ਸਰੀਰ ਜੁਗੰਤ, ਜੋ ਬੋਵੈ ਸੋ ਖਾਤ। ਜੋ ਮੈਂ ਕੀਆ ਸੋ ਮੈਂ ਪਾਇਆ, ਜੋ ਆਪਾਂ ਕੀਤਾ ਪਿਛਲੇ ਜਨਮਾਂ 'ਚ ਉਹੀ ਆਪਾਂ ਪਾਇਆ ਹੁੰਦਾ। ਆਪਾਂ ਕਹਿੰਦੇ ਆ ਨਾ, ਕਿਸੇ ਵੇਲੇ ਮੂੰਹੋਂ ਗੱਲ ਨਿਕਲ ਹੀ ਜਾਂਦੀ, ਇਹਨੇ ਮੇਰਾ ਕੀਤਾ ਕਰਾਇਆ ਹੀ ਆ, ਜੋ ਮੈਂ ਆਪਣਾ ਕੀਤਾ ਸੀ ਉਹਦਾ ਮੈਂ ਪਾ ਲਿਆ, ਜਾਂ ਕਹਿੰਦੇ ਜੋ ਇਹਨੇ ਕੀਤਾ ਨੇ ਆਪਣਾ ਕੀਤਾ ਪਾ ਲਿਆ। ਇਸ ਪ੍ਰਕਾਰ ਹੁੰਦੀ ਹੈ। ਇੱਦਾਂ ਪਾਠ ਵੀ ਆ ਤੇ ਇੱਦਾਂ ਪਾਠ ਵੀ ਹੈਗਾ, ਦੀਆ ਜੋ ਅਗਲੇ ਜਨਮ ਕਾ, ਜੋ ਪਹਿਲੇ ਜਨਮਾਂ ਦਿੱਤਾ ਹੁੰਦਾ। ਕੈਸੇ ਮਿਲ ਹੈ ਆਏ, ਥੋੜਾ ਪ੍ਰਸ਼ਨਵਾਚਕ, ਕਿ ਜਿਹੜਾ ਪਹਿਲੇ ਜਨਮਾਂ ਦਾ ਦਿੱਤਾ ਹੈ ਦਾਨ ਹੈ ਨਾ, ਉਹ ਕੈਸੇ ਕਹੀਏ ਕਿਵੇਂ, ਕਿਵੇਂ ਜਾਂ ਕੈਸੇ ਕਹੀਏ ਕਿਸ ਤਰ੍ਹਾਂ ਮਿਲਦਾ ਹੈ, ਆਏ ਕਹੀਏ ਆ ਕੇ, ਕਿਸ ਤਰ੍ਹਾਂ ਆ ਕੇ ਮਿਲਦਾ ਹੈ, ਕਿਵੇਂ ਆ ਕੇ ਮਿਲਦਾ, ਹਾਂਜੀ। ਉਹਦਾ ਫਿਰ ਪ੍ਰਮਾਣ ਨਾਲ ਦਿੱਤਾ, ਜੈਸੇ ਬਛੜਾ ਗਊ ਕਾ। ਜਾਣ ਕੇ ਰਿਸ਼ੀ ਜੀ ਕਹਿੰਦੇ ਵੀ ਇੰਝ ਆ ਕੇ ਮਿਲਦਾ, ਜਿਵੇਂ ਗਾਂ ਦਾ ਛੋਟਾ ਜਿਹਾ ਬਛੜਾ ਗਊਆਂ ਦੇ ਸਾਰੇ ਵਾਗ ਨੂੰ ਛੱਡ ਕੇ ਮਿਲੇ ਮਾਤ ਗੋਦਾ, ਜਾਂ ਆਪਣੀ ਮਾਤਾ ਨੂੰ ਦੌੜ ਕੇ ਆ ਕੇ ਮਿਲਦਾ, ਇਸ ਪ੍ਰਕਾਰ ਮਿਲਦਾ, ਹਾਂਜੀ। ਉਹ ਸੈਂਕੜੇ ਬੈਲ ਵੀ ਹੋਣ ਨਾ ਗਿਣਤੀ ਦੇ, ਉਹ ਗਾਵਾਂ ਦੇ ਵੱਗ ਚਰਦੇ ਨੂੰ ਛੱਡ ਕੇ ਬਛਾ ਹੁੰਦਾ। ਇਸੇ ਤਰ੍ਹਾਂ ਕਰਮ ਦਾ ਫਲ ਗਊਆਂ ਦੇ ਵੇਲੇ ਵਾਂਗ, ਜਿੰਨੇ ਮਰਜ਼ੀ ਹੋਰ ਕਰਮ ਹੋਣ ਉਹਨਾਂ ਵਿੱਚੋਂ ਫੁੱਟ ਕੇ ਭਰਾ ਲੱਭ ਅਨੁਸਾਰ ਉਹ ਫੁੱਟ ਕੇ ਆਉਂਦਾ ਬਾਹਰ ਤੇ ਪ੍ਰਾਪਤ ਹੁੰਦਾ। ਉਹ ਇਸੇ ਪ੍ਰਕਾਰ ਜਿਵੇਂ ਚਾਣਕ ਰਿਸ਼ੀ ਨੇ ਬੋਲਿਆ, ਇਹ ਮਹਾਂਭਾਰਤ ਸ਼ਾਸਤਰ ਦਾ ਵੀ ਆਉਂਦਾ ਇੱਕ ਇਸੇ ਤਰ੍ਹਾਂ ਕਥਨ, ਯਥਾ ਤੇਨੂੰ ਸਹਸਰੇਸ਼ੂ ਵਤਸੋ ਵਿੰਦ ਤੇ ਸੋਏ ਮਾਤਰੰ, ਤਥਾ ਸ਼ੁਭਾਸ਼ੁਭ ਵਿਕ੍ਰਿਤਮ ਕਰਮ ਕਰਤਾਰ ਮਨੋ ਗਛਤੀ। ਯਥਾ ਭਾਵ ਜਿਸ ਤਰ੍ਹਾਂ ਤੈਨੂੰ ਕਹਿੰਦੇ ਕਿ ਜਿਹੜੀਆਂ ਗਾਵਾਂ ਆ, ਤੈਨੂੰ ਭਾਵ ਬਹੁਤੀਆਂ, ਬਹੁਵਾਚਕ ਦਾ ਅਰਥ, ਸਹਸਰੇਸ਼ੂ ਤੇ ਹਜ਼ਾਰਾਂ ਗਾਵਾਂ, ਸਹਸਰੇਸ਼ੂ ਭਾਵ ਹਜ਼ਾਰਾਂ ਹੀ ਤੈਨੂੰ ਗਾਵਾਂ ਵਿੱਚੋਂ, ਵਤਸੋ ਜਿਹੜਾ ਬੱਚਾ ਆ, ਬਿੰਦ ਤੇ ਸੋਏ ਮਾਤਰਮ, ਸੋਏ ਕਹੀਏ ਉਹ ਜਿਹੜਾ ਨਾ ਬਿੰਦ ਤੇ ਆਪਣੀ ਮਾਤਾ ਨੂੰ ਪਛਾਣ ਕੇ ਤੇ ਉਸ ਕੋਲ ਪਹੁੰਚ ਜਾਂਦਾ। ਜਿਸ ਤਰ੍ਹਾਂ ਹਜ਼ਾਰਾਂ ਗਾਵਾਂ ਦੇ ਵਿੱਚੋਂ ਬੱਚਾ ਆਪਣੀ ਮਾਂ ਨੂੰ ਪਛਾਣ ਕੇ ਉਸ ਕੋਲ ਪਹੁੰਚ ਜਾਂਦਾ। ਤਥਾ ਸ਼ੁਭਾਸ਼ੁਭ ਕ੍ਰਿਤਮ ਕਰਮ, ਤੇ ਤਥਾ ਕਿ ਤੇਵੇਂ ਹੀ ਜਾਂ ਵੀ ਤੈਸੇ ਹੀ ਸ਼ੁਭ ਜਿਹੜੇ ਚੰਗੇ ਕੰਮ ਆ ਤੇ ਅਸ਼ੁਭ ਜਿਹੜੇ ਮੰਦੇ ਕੰਮ ਆ। ਕ੍ਰਿਤਮ ਇਹ ਚੰਗੇ ਮਾੜੇ ਕਰਮ ਕਰਨ ਵਾਲੇ ਦੇ ਪਾਸ ਇਹ
ਸ਼ੁਭ ਤੇ ਸ਼ੁਭ, ਚੰਗੇ ਮਾੜੇ ਕਰਮ, ਹਾਂਜੀ ਕ੍ਰਿਤਮ ਕਹੀਏ ਕਰਨ ਵਾਲੇ ਦੇ ਪਾਸ। ਕਰਤਾਰ ਮਨੋ ਗਛਤੀ, ਪਰਮੇਸ਼ਰ ਵੱਲੋਂ ਹੀ ਮਨੋ ਗਛਤੀ, ਫਲ ਜਿਹੜਾ ਦੇਣ ਵਾਸਤੇ ਨਾ ਚਲੇ ਜਾਂਦੇ ਆਟੋਮੈਟਿਕਲੀ ਜਿਹੋ ਜਿਹੇ ਕਰਮ ਕੀਤੇ ਹੁੰਦੇ। ਇਹ ਮਨੁੱਖ ਦੇ ਤੁਰਨ ਸਮੇਂ ਨਾਲ ਤੁਰਦੇ ਆ ਤੇ ਰੁਕਣ ਵਕਤ ਨਾਲ ਹੀ ਰੁਕ ਜਾਂਦੇ ਆ। ਸੋ ਜਿਸ ਪ੍ਰਕਾਰ ਮਨੁੱਖ ਦਾ ਪਰਛਾਵਾਂ ਮਨੁੱਖ ਨਾਲ ਹੀ ਰਹਿੰਦਾ, ਤਿਵੇਂ ਕਰਮ ਵੀ ਨਾਲ ਹੀ ਰਹਿੰਦੇ ਆ। ਕਰਮੀ ਆਪੋ ਆਪਣੀ, ਕੇ ਨੇੜਾ ਕੈ ਦੂਰ। ਠੀਕ ਹੈ ਜੀ। ਇਸ ਕਰਕੇ ਕਰਮਾਂ ਵਿੱਚੋਂ ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਪਰਮੇਸ਼ਰ ਦਾ ਨਾਮ ਜਪੋ, ਤੇ ਜਿਨ੍ਹਾਂ ਨੇ ਜਪਿਆ ਉਹਨਾਂ ਨੇ ਜਿਨੀ ਨਾਮ ਧਿਆਇਆ। ਗਏ ਮਸਕਤ ਘਾਲ, ਨਾਨਕ ਤੇ ਮੁਖੁਜਲੇ ਕੀਤੀ ਛੁੱਟੀ ਨਾਲ। ਸੋ ਇੱਥੇ ਅੱਜ 12ਵਾਂ ਅਧਿਆਇ ਸਮਾਪਤ ਹੋ ਗਿਆ। ਹੁਣ ਆਪਾਂ ਇੱਥੇ ਜਿਹੜੀ ਇਹਦੀ ਸਮਾਪਤੀ ਕਰੀਏ। ਹਿਤ ਸ੍ਰੀ ਚਾਣਕੈ ਰਾਜਨੀਤ, ਗ੍ਰੰਥੇ ਨਾਮ ਦੁਆਦਸਮੋ ਅਧਿਆਏ। ਇੱਥੇ ਸ਼੍ਰੋਮਣੀ ਸੁਭਾਇਮਾਨ ਚਾਣਕੇ ਰਾਜਨੀਤੀ ਨਾਮੇ ਗ੍ਰੰਥ ਦਾ ਦੁਆਦਸਮੋ ਕਹੀਏ 12ਵਾਂ ਅਧਿਆਏ ਇਤੀ ਕਹੀਏ ਸਮਾਪਤ ਹੁੰਦਾ ਹੈ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਦੋਹਰਾ, ਜਿਵੇਂ ਆਪਾਂ ਇਹ ਦੋਹਰਾ ਪੜ੍ਹਿਆ ਦੋ ਤਰੀਕੇ ਨਾਲ। ਦੀਆ ਜੋ ਅਗਲੇ ਜਨਮ ਕਾ, ਮਿਲੇ ਸੋ ਇਹਾਂ ਆਏ। ਹਾਂਜੀ, ਇਹ ਵੀ ਪਾਠ ਆ ਤੇ ਇਹ ਵੀ ਪਾਠ ਆ। ਦੀਆ ਜੋ ਅਗਲੇ ਜਨਮ ਕਾ, ਕੈਸੇ ਮਿਲ ਹੈ ਆਏ। ਹਾਂਜੀ, ਮਿਲੇ ਸੋ ਇਹਾਂ ਆਏ ਮੁੱਖ ਰੱਖਿਆ ਆਪਾਂ, ਮੁੱਖ ਪਾਠ ਹੈ। ਦੂਸਰਾ ਕੈਸੇ ਮਿਲ ਹੈ ਆਏ, ਇਹ ਪਾਠ ਹੈ। ਦੀਆ ਜੋ ਅਗਲੇ ਜਨਮ ਕਾ, ਮਿਲੇ ਸੋ ਇਹਾਂ ਆਏ। ਜੈਸੇ ਬਛੜਾ ਗਊ ਕਾ, ਮਿਲੈ ਮਾਤ ਕੋ ਧਾਏ। ਹਿਤ ਸ੍ਰੀ ਚਾਣਕੈ ਰਾਜਨੀਤ, ਗ੍ਰੰਥੇ ਨਾਮ ਦੁਆਦਸਮੋ ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।